ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਜੁਗੋ ਜੁਗ ਅਟਲ ਸ਼ਬਦੋ ਅਵਤਾਰ, ਚਮਰ ਤਖਤ ਦੇ ਮਾਲਕ, ਗੁਰਤਾ ਗਦੀ ਤੇ ਬਿਰਾਜਮਾਨ, ਸਾਹਿਬੇ ਕਰਾਮਾਤ, ਸਾਹਿਬੇ ਬਰਕਤ, ਸਰਬ ਸਾਂਝੀ ਵਾਲਤਾ ਦੇ ਪ੍ਰਤੀਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਸਾਰੇ ਹੀ ਗੁਰੂ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸੰਸਾਰ ਭਰ ਦੇ ਅੰਦਰ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਗੁਰੂ ਦਾ ਸਿੱਖ ਬੈਠਾ ਹੈ, ਇਸ ਦਿਨ ਨੂੰ ਬੜੀ ਭਾਵਨਾ ਅਤੇ ਸ਼ਰਧਾ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਹਾੜਾ ਮਨਾ ਰਹੇ ਨੇ। ਆਪਣੇ ਗੁਰਦੁਆਰਾ ਸਾਹਿਬ ਵਿਖੇ ਵੀ ਕੱਲ ਸਵੇਰੇ ਵੀ ਦੀਵਾਨ ਸੀ, ਸ਼ਾਮ ਨੂੰ ਵੀ ਦੀਵਾਨ ਸੀ, ਹੁਣ ਵੀ ਉਚੇਚਾ ਦੀਵਾਨ ਜਿਹੜਾ ਹੈ ਉਹ ਸਜਾਇਆ ਗਿਆ ਹੈ। ਗੁਰੂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਸੰਸਾਰ ਦੇ ਅੰਦਰ ਆਪਣਾ ਇਸ ਸੰਸਾਰ ਦੇ ਅੰਦਰ ਜਨਮ ਲਿਆ, ਜਦੋਂ ਆਮਦ ਹੋਈ ਤੇ ਉਹਦੇ ਬਾਰੇ ਭਾਈ ਗੁਰਦਾਸ ਜੀ ਨੇ ਬੜੇ ਹੀ ਦ੍ਰਿਸ਼ ਜਿਹੜੇ ਹਨ ਸਾਨੂੰ ਆਪਣੇ ਕਵਿਤ ਰਾਹੀਂ, ਵਾਰਾਂ ਰਾਹੀਂ ਸਾਨੂੰ ਦੱਸੇ ਕਿ ਉਸ ਵੇਲੇ ਦੇ ਹਾਲਾਤ ਕੀ ਸਨ। ਕਿਉਂਕਿ ਅਸੀਂ ਕੱਲ ਸਵੇਰੇ ਵੀ ਵਿਚਾਰ ਕੀਤੀ ਇਤਿਹਾਸ, ਕੱਲ ਸ਼ਾਮ ਨੂੰ ਵੀ ਵਿਚਾਰ ਕੀਤੀ। ਅਸੀਂ ਵਿਚਾਰ ਆਇਆ ਕਿ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਰਾਏ ਭੋਏ ਦੀ ਤਲਵੰਡੀ, ਜਿੱਥੇ ਅੱਜ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸੁਭਾਏਮਾਨ ਹੈ, ਉਸ ਅਸਥਾਨ ਤੇ ਹੋਈ ਤੇ ਉੱਥੇ ਸੰਗਤਾਂ ਨੂੰ ਤਾਰਿਆ, ਉੱਥੇ ਉਧਾਰ ਕੀਤਾ, ਕੌਤਕ ਵਰਤਾਏ। ਉਸ ਤੋਂ ਬਾਅਦ ਫਿਰ ਸੁਲਤਾਨਪੁਰ ਦੀ ਧਰਤੀ ਤੇ ਪਹੁੰਚੇ। ਕੱਲ ਵਿਚਾਰ ਕੀਤੀ ਸੀ ਸੁਲਤਾਨਪੁਰ ਹੀ ਸੰਗਤ ਦੀ ਨੀਂਹ ਰੱਖੀ। ਜਦੋਂ ਵੇਈ ਨਦੀ ਦੇ ਕੋਲ ਬੈਠ ਕੇ ਕੀਰਤਨ ਦੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ ਤੇ ਗੁਰੂ ਨਾਨਕ ਦੇਵ ਜੀ ਬਾਣੀ ਦਾ ਕੀਰਤਨ ਕਰਦੇ ਨੇ ਅੰਮ੍ਰਿਤ ਵੇਲੇ, ਉੱਥੇ ਕਾਫੀ ਸੰਗਤਾਂ ਜਿਹੜੀਆਂ ਉਹ ਆ ਕੇ ਬੈਠ ਕੇ ਕੀਰਤਨ ਸੁਣਦੀਆਂ ਨੇ। ਉੱਥੇ ਹੀ ਮੈਲ ਸਿੰਘਾਂ ਦਾ ਰਹਿਣ ਵਾਲਾ ਲੰਬਰਦਾਰ, ਜਿਹਦਾ ਨਾਮ ਇਤਿਹਾਸ ਦੇ ਅੰਦਰ ਭਾਈ ਭਗੀਰਥ ਜੀ ਲਿਖਿਆ ਹੈ, ਉਹ ਪਹੁੰਚਿਆ। ਇੱਕ ਦੇਵੀ ਦੀ ਪੂਜਾ ਕਰਨ ਵਾਲਾ ਸੀ। ਜਦੋਂ ਉੱਥੇ ਗੁਰੂ ਨਾਨਕ ਦੇਵ ਜੀ ਦੇ ਗਿਆਨ ਤੋਂ, ਸੱਚ ਤੋਂ ਜਾਣੂ ਹੋਇਆ ਤੇ ਉਹਨੇ ਦੇਵੀ ਦੀ ਪੂਜਾ ਛੱਡ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਜੁੜ ਕੇ ਇੱਕ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਦੇ ਚਰਨਾਂ ਨਾਲ ਜੁੜ ਗਿਆ।
ਗੁਰਮੁਖ ਵਿਦਵਾਨ ਲਿਖਦੇ ਨੇ ਕਿ ਇੱਕ ਗਰੀਬ ਦੀ ਧੀ ਉਹਨੇ ਆ ਕੇ ਬੇਨਤੀ ਕੀਤੀ ਕਿ ਮੇਰੀ ਬੱਚੀ ਦਾ ਕਾਰਜ ਹੋਣਾ ਹੈ। ਕੁਝ ਵਿਦਵਾਨ ਲਿਖਦੇ ਨੇ ਕਿ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ। ਮੈਂ ਵਿਦਵਾਨਾਂ ਨੂੰ ਪੜ੍ਹ ਰਿਹਾ ਸੀ, ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਹਵਾਲੇ ਦਿੱਤੇ ਨੇ, ਹੋਰ ਵਿਦਵਾਨਾਂ ਨੇ ਦਿੱਤੇ ਕਿ ਇੱਕ ਗਰੀਬ ਸੀ ਤੇ ਗੁਰੂ ਪਾਤਸ਼ਾਹ ਜੀ ਨੂੰ ਆ ਕੇ ਬੇਨਤੀ ਕੀਤੀ, ਤੁਸੀਂ ਕਿਰਪਾ ਕਰੋ। ਪਾਤਸ਼ਾਹ ਨੇ ਕਿਹਾ ਜੋ ਜੋ ਸਮਾਨ ਚਾਹੀਦਾ ਹੈ ਉਹ ਇੱਕ ਲਿਸਟ ਦੇ ਦੇ, ਤੇ ਉਹ ਲਿਸਟ ਦਿੱਤੀ। ਭਾਈ ਭਗੀਰਥ ਜੀ ਨੂੰ ਕਿਹਾ ਜਾ ਕੇ ਲਾਹੌਰ ਦੇ ਅੰਦਰ ਭਾਈ ਮਨਸੁਖ ਹੈ, ਉਹਨੂੰ ਜਾ ਕੇ ਇਹ ਲਿਸਟ ਪਕੜਾਓ, ਉਹਦੇ ਕੋਲੋਂ ਸਮਾਨ ਲੈ ਕੇ ਆਓ। ਪਰ ਦੇਖਿਆ ਉੱਥੇ ਇੱਕ ਰਾਤ ਤੋਂ ਵੱਧ ਸਮਾਂ ਨਹੀਂ ਕੱਟਣਾ। ਭਾਈ ਭਗੀਰਥ ਜੀ ਗਏ ਉੱਥੇ। ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੋਂ, ਭਾਈ ਭਗੀਰਥ ਜੀ ਜੀਵਨ ਤੋਂ ਭਾਈ ਮਨਸੁਖ ਪ੍ਰਭਾਵਿਤ ਹੋਇਆ ਤੇ ਉਹਨੇ ਕਿਹਾ ਕਿ ਬਾਕੀ ਤਾਂ ਸਾਰਾ ਸਮਾਨ ਤਿਆਰ ਹੈ, ਇੱਕ ਜਿਹੜਾ ਚੂੜਾ ਹੈ ਉਹ ਤਿਆਰ ਨਹੀਂ ਦੁਲਹਨ ਦਾ। ਤੇ ਗੁਰੂ ਪਾਤਸ਼ਾਹ ਦੇ ਇਸ ਸਿੱਖ ਨੇ ਕਿਹਾ ਮੈਨੂੰ ਮੇਰੇ ਗੁਰੂ ਦਾ ਹੁਕਮ ਹੈ, ਇੱਕ ਰਾਤ ਤੋਂ ਵੱਧ ਮੈਂ ਸਮਾਂ ਨਹੀਂ ਕੱਢ ਸਕਦਾ। ਤੇ ਭਾਈ ਮਨਸੁਖ ਨੇ ਕਿਹਾ ਕਿ ਮੇਰੇ ਕੋਲ ਇੱਕ ਚੂੜਾ ਤਿਆਰ ਪਿਆ ਹੈ, ਪਰ ਜੇ ਤੂੰ ਕਹਿੰਦਾ ਹੈ ਕਿ ਤੇਰਾ ਗੁਰੂ ਜਿਹੜਾ ਹੈ ਪੂਰਾ ਹੈ, ਇਸ ਕਲਯੁਗ ਦੇ ਅੰਦਰ ਪੂਰਨ ਗੁਰੂ ਕਿੱਥੇ ਨੇ? ਪਰ ਤੂੰ ਕਹਿੰਦਾ ਹੈ ਪੂਰਾ ਗੁਰੂ ਹੈ, ਤੇ ਮੈਨੂੰ ਵੀ ਲੈ ਚੱਲ ਉਹਦੇ ਦਰਸ਼ਨ ਕਰਾ। ਭਾਈ ਮਨਸੁਖ ਜੀ ਨਾਲ ਚੱਲ ਕੇ ਜਦੋਂ ਆਏ ਤੇ ਪਹੁੰਚਣ ਲੱਗੇ ਸੁਲਤਾਨਪੁਰ ਦੇ ਅੰਦਰ, ਤੇ ਨਾਲ ਪਹਿਲੋਂ ਹੀ ਕਹਿ ਦਿੱਤਾ ਕਿ ਤੇਰਾ ਜਿਹੜਾ ਗੁਰੂ ਪੂਰਨ ਹੈ, ਤੂੰ ਉਸ ਨੂੰ ਕੁਝ ਨਹੀਂ ਦੱਸਣਾ, ਉਹ ਮੇਰਾ ਨਾਮ ਲੈ ਕੇ ਮੈਨੂੰ ਪੁਕਾਰੇਗਾ ਤਾਂ ਮੈਂ ਸਮਝਾਂਗਾ। ਜਦੋਂ ਭਾਈ ਭਗੀਰਥ ਜੀ ਨੇ ਆ ਕੇ ਨਮਸਕਾਰ ਕੀਤੀ, ਮੱਥਾ ਟੇਕਿਆ, ਤੇ ਉਸ ਵੇਲੇ ਭਾਈ ਭਗੀਰਥ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਭਗੀਰਥ ਜੀ ਪਰਉਪਕਾਰੀ ਭਾਈ ਮਨਸੁਖ ਦਾ ਉਧਾਰ ਕਰਨ ਵਾਸਤੇ ਲੈ ਆਇਓ। ਤੇ ਨਾਲ ਭਾਈ ਮਨਸੁਖ ਜੀ ਨੂੰ ਕਹਿੰਦੇ ਨੇ ਨਾਮ ਤੇ ਕੀ ਹੈ? ਕਹਿੰਦੇ ਨੇ ਮਨਸੁਖ, ਨਾਮ ਤੇਰਾ ਮਨਸੁਖ ਦੇ ਮਨ ਦਾ ਸੁਖ ਮਾਣਿਆ ਵੀ ਹੈ। ਉਹਨੂੰ ਜਦੋਂ ਸੋਝੀ ਦਿੱਤੀ, ਗਿਆਨ ਦਿੱਤਾ, ਸੱਚ ਦੇ ਚਾਨਣ ਨਾਲ ਜਾਣੂ ਕਰਾਇਆ ਤੇ ਉਹ ਸ਼ਬਦ ਨਾਲ ਜੁੜਿਆ। ਜਦੋਂ ਉਹ ਰਾਜਾ ਸ਼ਿਵਨਾਭ ਜੀ ਕੋਲ, ਜਿਹੜਾ ਰਾਜਾ ਸੀ ਸਿੰਗਲਾ ਦੀਪ ਦਾ, ਉੱਥੇ ਗਿਆ ਤੇ ਉੱਥੇ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਚਾਰ ਉਹਨੇ ਕੀਤਾ। ਉਹ ਬੜਾ ਪ੍ਰਭਾਵਿਤ ਹੋਇਆ। ਉਹਨੇ ਕਿਹਾ ਕਿ ਮੈਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ, ਮਿਲਣਾ ਚਾਹੁੰਦਾ ਹਾਂ, ਕਿਉਂਕਿ ਸੰਸਾਰ ਦੇ ਅੰਦਰ ਕੂੜੇ ਗੁਰੂ ਤਾਂ ਬਹੁਤ ਤੁਰੇ ਫਿਰਦੇ ਨੇ। ਭਾਈ ਮਨਸੁਖ ਜੀ ਕਹਿੰਦੇ ਨੇ ਬਸ ਅਰਦਾਸਾਂ ਕਰ, ਤੇਰੇ ਕੋਲ ਚੱਲ ਕੇ ਆਪੇ ਆ ਜਾਣਗੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਤੇ ਭਾਈ ਰਾਜਾ ਸ਼ਿਵਨਾਭ ਜਿਹੜਾ ਸੀ ਉਹ ਅਰਦਾਸਾਂ ਕਰਦਾ ਸੀ। ਕਈਆਂ ਨੂੰ ਪਤਾ ਲੱਗਾ, ਭੇਖ ਬਣਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਹਿੰਦੇ ਨੇ ਅਸੀਂ ਗੁਰੂ ਨਾਨਕ ਪਾਤਸ਼ਾਹ ਹਾਂ। ਜਾ ਕੇ ਉਹਨਾਂ ਨੇ ਭਾਵ ਪਖੰਡ ਕਰਕੇ ਗਏ ਤੇ ਉਹਨੇ ਫਿਰ ਸਾਰਿਆਂ ਦੀ ਪਰਖ ਕਰਨੀ ਸ਼ੁਰੂ ਕਰ ਦਿੱਤੀ। ਤੇ ਜਦੋਂ ਉਹ ਅਰਦਾਸਾਂ ਕਰਦਾ ਹੈ, ਪਰਖ ਕਰਦਾ ਹੈ, ਤੇ ਕੋਈ ਖਰਾ ਨਹੀਂ ਉਤਰਦਾ। ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਚਲੇ ਗਏ ਉਹਦੇ ਬਾਗ ਵਿੱਚ। ਗੁਰਮੁਖ ਵਿਦਵਾਨ ਲਿਖਦੇ ਨੇ ਕਿ ਬਾਗ ਜਿਹੜਾ ਸੀ ਸੁੱਕਿਆ ਪਿਆ ਸੀ। ਉਸ ਬਾਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਜੀ ਜਾ ਕੇ ਬੈਠੇ, ਉਹ ਬਾਗ ਹਰਿਆ ਭਰਿਆ ਹੋ ਗਿਆ। ਜਿਹੜੇ ਉਹਦੇ ਅਹਿਲਕਾਰ ਸਨ ਜਾ ਕੇ ਦੱਸਿਆ ਕਿ ਕੋਈ ਐਸਾ ਸੰਤ ਆਇਆ ਹੈ, ਜਿਹੜਾ ਬਾਗ ਸੁੱਕਿਆ ਸੀ ਉਹ ਹਰਿਆ ਹੋ ਗਿਆ। ਤੇ ਉਹਦੇ ਮਨ ਦੀ ਤਸੱਲੀ ਅਜੇ ਪੂਰੀ ਨਹੀਂ ਹੋਈ। ਉਹਨੇ ਕੁਝ ਇਸਤਰੀਆਂ ਭੇਜੀਆਂ ਜਿਹੜੇ ਆਪਣੇ ਹਾਵ ਭਾਵ ਨਾਲ ਮੋਹਤ ਕਰਨ ਵਾਲੀਆਂ ਸਨ। ਤੇ ਉਸ ਵੇਲੇ ਕਹਿੰਦੇ ਨੇ ਉਹਨਾਂ ਨੇ ਆਪਣੇ ਹਾਵ ਭਾਵ ਦਿਖਾਣੇ ਸ਼ੁਰੂ ਕੀਤੇ। ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ, ਗਾਛੋ ਪੁੱਤਰੀ ਰਾਜਕੁਮਾਰ
ਉਹਨਾਂ ਨੂੰ ਵੀ ਉਪਦੇਸ਼ ਦਿੱਤਾ। ਉਹਨਾਂ ਨੇ ਜਾ ਕੇ ਦੱਸਿਆ। ਫਿਰ ਕਹਿੰਦੇ ਨੇ ਰਾਜਾ ਸ਼ਿਵਨਾਭ ਚੱਲ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਇਆ। ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਨੇ ਕਿ ਜਦੋਂ ਚੱਲ ਕੇ ਆਇਆ ਤੇ ਮਹਿਮਾ ਪ੍ਰਕਾਸ਼ ਵਾਲੇ ਦਾ ਹਵਾਲਾ ਦੇ ਕੇ ਲਿਖਦੇ ਨੇ ਕਿ ਉਹ ਲਿਖਦੇ ਨੇ ਕਿ ਆ ਕੇ ਰਾਜੇ ਨੇ ਨਮਸਕਾਰ ਕੀਤੀ ਤੇ ਕਿਹਾ ਤੁਸੀਂ ਚਲੋ ਮੇਰੇ ਮਹਿਲਾਂ ਦੇ ਅੰਦਰ, ਉੱਥੇ ਚਰਨ ਪਾਓ। ਉਸ ਵੇਲੇ ਜਦੋਂ ਇਹ ਬਚਨ ਕੀਤਾ ਤੇ ਪਾਤਸ਼ਾਹ ਕਹਿੰਦੇ ਨੇ ਭਾਈ ਤੇਰੇ ਮਹਿਲਾਂ ਵਿੱਚ ਤਾਂ ਚਲੀਏ ਜੇ ਤੂੰ ਕੋਈ ਭੇਟਾ ਤੇ ਅਰਪਣ ਕਰ। ਉਹ ਕਹਿੰਦੇ ਨੇ ਚਲੋ ਇਹ ਰਾਜ ਭਾਗ ਸਾਰਾ ਤੁਹਾਡਾ। ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਤਾਂ ਤੇਰਾ ਆਪਣਾ ਨਹੀਂ, ਇਹ ਤੇਰੇ ਬਾਪ ਦਾ ਸੀ। ਫਿਰ ਤੇਰੇ ਜਾਣ ਤੋਂ ਬਾਅਦ ਇਹ ਫਿਰ ਤੇਰੇ ਬੱਚੇ ਦਾ ਹੋਏਗਾ। ਕਹਿੰਦੇ ਨੇ ਫਿਰ ਤੁਸੀਂ ਇਹ ਮੇਰਾ ਤਨ ਤੁਹਾਨੂੰ ਭੇਟਾ ਕੀਤਾ। ਕਹਿੰਦੇ ਨੇ ਇਹ ਤਨ ਵੀ ਤੇਰਾ ਨਹੀਂ, ਇਹਨੇ ਵੀ ਸਮੇਂ ਦੇ ਨਾਲ ਮਿੱਟੀ ਹੋ ਜਾਣਾ ਹੈ। ਫਿਰ ਕਹਿੰਦੇ ਨੇ ਮਨ, ਕਹਿੰਦੇ ਨੇ ਇਹ ਮਨ ਵੀ ਟਿਕਦਾ ਨਹੀਂ, ਇਹ ਵੀ ਦੌੜਿਆ ਫਿਰਦਾ ਹੈ ਦਸਾਂ ਦਿਸ਼ਾਵਾਂ ਵਿੱਚ। ਫਿਰ ਕਹਿੰਦੇ ਨੇ ਪਾਤਸ਼ਾਹ ਤੁਸੀਂ ਆਪ ਕਿਰਪਾ ਕਰੋ, ਕੀ ਭੇਟਾ ਦਵਾਂ ਚਰਨਾਂ ਵਿੱਚ, ਕੀ ਅਰਪਣ ਕਰਾਂ। ਕਹਿੰਦੇ ਨੇ ਜਿਹੜੀ ਇਹ ਮੈਂ ਹੈ ਨਾ ਉਹ ਦੇ ਦੇ ਬਸ। ਆਪਣਾ ਹੰਕਾਰ ਆਪਣੀ ਈਗੋ ਛੱਡ ਦੇ, ਕਿਉਂਕਿ ਬੰਦੇ ਦਾ ਦੁੱਖ ਦਾ ਕਾਰਨ ਹੀ, ਪਰਮਾਤਮਾ ਨਾਲ ਵਿਛੋੜੇ ਦਾ ਕਾਰਨ ਹੀ ਸਭ ਤੋਂ ਵੱਡੀ ਮੈਂ ਹੈ। ਜਿਸ ਨੂੰ ਇਹ ਗੱਲ ਸਮਝ ਆ ਜਾਏ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 35 ਮਹਾਂਪੁਰਸ਼ਾਂ ਦੀ ਬਾਣੀ ਹੈ। ਕਿਤੇ ਵੀ ਬਚਨ ਇੱਕ ਵੀ ਮੈਂ ਦਾ ਨਹੀਂ ਮਿਲਦਾ, ਸਿਰਫ ਨਿਮਰਤਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਪੜ੍ਹੀਏ, ਭਗਤਾਂ ਦੀ ਬਾਣੀ ਪੜ੍ਹੀਏ, ਭੱਟਾਂ ਦੀ ਬਾਣੀ ਪੜ੍ਹੀਏ, ਉਹਨਾਂ ਸਾਰਿਆਂ ਵਿੱਚ ਨਿਮਰਤਾ ਹੈ। ਸੋ ਉਹ ਰਾਜਾ ਸ਼ਿਵਨਾਭ ਨਿਹਾਲ ਹੋਇਆ। ਮੈਂ 2-4 ਦਿਨ ਪਹਿਲੋਂ ਬੰਗਲਾ ਸਾਹਿਬ ਗਿਆ ਸੀ ਤੇ ਉੱਥੇ ਜਿਹੜੀ ਕਿਤਾਬਾਂ ਦੀ ਪ੍ਰਦਰਸ਼ਨੀ ਲੱਗਦੀ ਹੈ ਨਾ, ਸਰੋਵਰ ਦੇ ਕੰਢੇ ਤੇ ਪਹਿਰਾਵਾ ਮੇਰਾ ਦੇਖ ਕੇ ਇੱਕ ਗੁਰਮੁਖ ਜਨ ਆ ਕੇ ਮੈਨੂੰ ਮਿਲੇ। ਕਹਿੰਦੇ ਨੇ ਭਾਈ ਸਾਹਿਬ ਤੁਸੀਂ ਗੁਰੂ ਘਰ ਦੀ ਸੇਵਾ ਕਰਦੇ ਹੋ? ਮੈਂ ਕਿਹਾ ਜੀ ਹਾਂ, ਮੈਂ ਬਾਲੀ ਨਗਰ ਗੁਰਦੁਆਰੇ ਦਾ ਸੇਵਾਦਾਰ ਹੈ ਮੁੱਖ। ਤੇ ਮੈਨੂੰ ਕਹਿੰਦਾ ਇਹ ਤੁਹਾਡੇ ਵਾਸਤੇ ਇੱਕ ਬੁੱਕ ਹੈ, ਤੁਹਾਡੇ ਵਾਸਤੇ ਪੜ੍ਹਨ ਯੋਗ ਹੈ। ਉਹ ਬੁੱਕ ਕਿਹੜੀ ਹੈ? ਸਿਆਤੋ ਵਾ ਬਾਬਾ ਨਾਨਕ। ਉਹਦੇ ਵਿੱਚ ਸਾਰੇ ਅਰਬ ਦਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਗਏ ਨਾ ਅਰਬ ਦੇਸ਼ਾਂ ਵਿੱਚ, ਉੱਥੇ ਦਾ ਜੋ ਹੈ ਇਤਿਹਾਸ ਲਿਖਿਆ ਹੈ। ਲਿਖਿਆ ਉਸਨੇ ਹੈ ਇੱਕ ਤਾਜ ਦੀਨ ਜਿਹੜਾ ਹੈ ਲਿਖਾਰੀ ਕਰਕੇ ਉਹਦਾ ਨਾਮ ਲਿਖਿਆ ਹੈ। ਕਹਿੰਦੇ ਨੇ ਉਹ ਜਿੰਨਾ ਚਿਰ ਗੁਰੂ ਨਾਨਕ ਪਾਤਸ਼ਾਹ ਮੱਕੇ ਵੀ ਗਏ, ਫਿਰ ਬਗਦਾਦ ਦੇ ਅੰਦਰ ਵੀ ਗਏ, ਉਹ ਨਾਲ ਨਾਲ ਜਿਹੜੀਆਂ ਘਟਨਾਵਾਂ ਜਿਹੜੇ ਜਿਹੜੇ ਜੀਵਾਂ ਨੂੰ ਗੁਰੂ ਪਾਤਸ਼ਾਹ ਤਾਰਦੇ ਰਹੇ ਉਹਨਾਂ ਨੂੰ ਸਾਰਾ ਆਪਣਾ ਅੱਖੀ ਡਿੱਠਾ ਹਾਲ ਉਹ ਲਿਖਦੇ ਰਹੇ ਨੇ। ਤੇ ਉਹਦੇ ਵਿੱਚ ਲਿਖਿਆ ਹੈ ਕਿ ਸੈਯਦ ਪ੍ਰਿਥੀਪਾਲ ਸਿੰਘ ਜੀ ਹੋਏ ਨੇ। ਪਹਿਲਾਂ ਉਹ ਮੁਸਲਮਾਨ ਸਨ ਤੇ ਉਹਨਾਂ ਦੇ ਪਿਤਾ ਜੀ ਦੇ ਮਨ ਦੀ ਇਹ ਖੁਆਇਸ਼ ਸੀ ਕਿ ਇਹ ਇਸਲਾਮ ਮਤ ਦਾ, ਇਸਲਾਮ ਧਰਮ ਦਾ ਪ੍ਰਚਾਰਕ ਬਣੇ। ਉਹ ਆਪਣੇ ਪੁੱਤਰ ਨੂੰ ਮੱਕੇ ਲੈ ਗਏ ਹਜ ਕਰਾਉਣ ਵਾਸਤੇ। ਉੱਥੇ ਕਹਿੰਦੇ ਨੇ ਵੱਡੀ ਲਾਇਬ੍ਰੇਰੀ ਦੇ ਅੰਦਰ ਇੱਕ ਬੁੱਕ ਲਿਖੀ ਸੀ। ਜਦੋਂ ਉਹਨੇ ਪੜ੍ਹੀ ਤੇ ਉਹ ਇੰਨਾ ਕੁ ਪ੍ਰਭਾਵਿਤ ਹੋਇਆ, ਉਹਨੇ ਅੰਮ੍ਰਿਤ ਛਕ ਕੇ ਉਹ ਸਿੱਖ ਧਰਮ ਦਾ ਪ੍ਰਚਾਰਕ ਬਣ ਗਿਆ। ਉਹਦਾ ਨਾਮ ਰੱਖਿਆ ਗਿਆ ਅੰਮ੍ਰਿਤ ਛਕਣ ਤੋਂ ਬਾਅਦ ਪ੍ਰਿਥੀਪਾਲ ਸਿੰਘ। ਉਹਨੇ ਫਿਰ ਇਹਦਾ ਤਰਜਮਾ ਕੀਤਾ ਹੈ ਪੰਜਾਬੀ ਦੇ ਅੰਦਰ। ਅੱਜ ਕੱਲ ਉਹ ਬੁੱਕ ਜਿਹੜੀ ਹੈ ਬੰਗਲਾ ਸਾਹਿਬ ਵੀ ਇੱਕ ਉਹਨਾਂ ਨੇ ਵੱਖਰਾ ਜਿਹੜਾ ਸਟਾਲ ਲਗਾਇਆ ਹੋਇਆ ਸੀ, ਉਹ ਦੇ ਰਹੇ ਸਨ। ਉਹਨਾਂ ਨੇ ਮੈਨੂੰ ਕਿਹਾ ਕਿ ਕਿਤਾਬਾਂ ਤੇ ਮੁੱਕ ਗਈਆਂ,
ਪਰ ਉਹਦੀ ਫੋਟੋ ਕਾਪੀ ਦਿੱਤੀ, ਉਹਦੇ ਵਿੱਚ ਮੈਂ ਪੜ੍ਹ ਰਿਹਾ ਸੀ। ਇੱਕ ਘਟਨਾ ਦਾ ਜ਼ਿਕਰ ਕੀਤਾ ਕਿ ਉਹ ਤਾਜਦੀਨ ਲਿਖਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਬਗਦਾਦ ਦੀ ਧਰਤੀ ਤੇ ਗਏ ਨੇ। ਉੱਥੇ ਤਾਰਿਆਂ ਦੀ ਲੋਹ ਵਿੱਚ ਭਾਵ ਅੱਧੀ ਅੰਮ੍ਰਿਤ ਵੇਲੇ ਸਵੇਰੇ ਭਾਈ ਮਰਦਾਨਾ ਜੀ ਰਬਾਬ ਛੇੜਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਬਾਣੀ ਗਾਉਂਦੇ ਨੇ, ਕੀਰਤਨ ਕਰਦੇ ਨੇ। ਇਹ ਤਾਜਦੀਨ ਲਿਖਦਾ ਹੈ ਕਿ ਮੈਂ ਵੀ ਉੱਥੇ ਬੈਠਾ ਸੀ, ਕੀਰਤਨ ਸੁਣਦਾ, ਤੇ ਨਾਲ ਇੱਕ ਔਰਤ ਆਂਦੀ ਹੈ, ਮੁਸਲਮਾਨ ਔਰਤ, ਜਿਹਦਾ ਨਾਮ ਲਿਖਿਆ ਹੈ ਸਲੀਮਾ। ਇਹ ਸਲੀਮਾ ਆ ਕੇ ਦੂਰ ਆ ਕੇ ਬੈਠ ਜਾਂਦੀ ਹੈ, ਕੁਝ ਬੋਲਦੀ ਨਹੀਂ। ਕੀਰਤਨ ਜਿੰਨੇ ਚਿਰ ਹੁੰਦਾ ਰਹਿੰਦਾ ਹੈ ਸੁਣਦੀ ਰਹਿੰਦੀ ਹੈ, ਫਿਰ ਘਰ ਚਲੀ ਜਾਂਦੀ ਹੈ। ਇਹਨੇ ਰੋਜ਼ ਆਉਣਾ, ਕੋਈ ਗੱਲਬਾਤ ਨਹੀਂ ਕਰਨੀ, ਕੀਰਤਨ ਸੁਣਨਾ ਤੇ ਵਾਪਸ ਘਰ ਪਰਤ ਜਾਣਾ। ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਉਹਨੂੰ ਕਹਿੰਦੇ ਨੇ, ਤਾਜਦੀਨ ਉਹ ਲਿਖਦਾ ਹੈ ਕਿ ਮੈਨੂੰ ਬੁਲਾ ਕੇ ਕਹਿੰਦੇ ਨੇ ਕਿ ਇਸ ਸਲੀਮਾ ਨੂੰ ਕਹੇ ਕਿ ਇਹ ਘਰ ਜਾਵੇ। ਜਦੋਂ ਉਹਨੂੰ ਸਲੀਮਾ ਨੂੰ ਬੁਲਾਇਆ ਤੇ ਕਿਹਾ ਕਿ ਭਾਈ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ, ਇਹ ਹਿੰਦ ਪੀਰ ਲਿਖਦੇ ਨੇ ਉੱਥੇ ਉਹ, ਕਿ ਬਈ ਤੂੰ ਘਰ ਜਾ। ਉਹ ਲਿਖਦਾ ਹੈ ਵਿਦਵਾਨ ਕਿ ਜਦੋਂ ਉਹਨੇ ਕਿਹਾ ਤੇ ਉਸ ਸਲੀਮਾ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ, ਉਹਨੇ ਆ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਗੁਰੂ ਨਾਨਕ ਦੇਵ ਜੀ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ। ਇਹ ਪਿਆਰ ਕੀਤਾ ਜਿਵੇਂ ਇੱਕ ਪਿਓ ਆਪਣੀ ਬੱਚੀ ਨਾਲ, ਆਪਣੀ ਧੀ ਨਾਲ ਪਿਆਰ ਕਰਦਾ, ਉਹ ਪਿਆਰ ਦਿੱਤਾ। ਤੇ ਸਲੀਮਾ ਜਦੋਂ ਘਰ ਗਈ ਤੇ ਘਰ ਉਹਦਾ ਪਤੀ ਜਿਹੜਾ ਸੀ, ਉਹਦਾ ਨਾਮ ਲਿਖਿਆ ਜ਼ਾਜ਼ਾ ਗੁਲਾਮ, ਉਹ ਮਿਸਰ ਵਪਾਰ ਕਰਨ ਗਿਆ ਹੋਇਆ ਸੀ। ਜਦੋਂ ਉਹ ਵਾਪਸ ਪਰਤ ਕੇ ਆਇਆ ਤੇ ਲੋਕਾਂ ਨੇ ਉਹਦੇ ਕੰਨ ਭਰੇ, ਕੰਨ ਇਹ ਭਰੇ ਕਿ ਤੂੰ ਤਾਂ ਵਪਾਰ ਕਰਨ ਚਲਾ ਗਿਆ, ਤੇਰੀ ਜਿਹੜੀ ਪਤਨੀ ਹੈ ਸਲੀਮਾ, ਜਿਹੜੀ ਤੇਰੀ ਬੇਗਮ ਸਲੀਮਾ ਹੈ, ਉਹ ਇੱਕ ਹਿੰਦੂ ਪੀਰ ਦੇ ਕੋਲ ਰੋਜ਼ ਜਾਂਦੀ ਹੈ। ਜਦੋਂ ਉਹਨੂੰ ਲੋਕਾਂ ਨੇ ਕਿਹਾ ਤੇ ਉਹ ਗੁੱਸੇ ਵਿੱਚ ਕਹਿੰਦੇ ਨੇ ਘਰ ਬੈਠਾ ਹੈ। ਜਦੋਂ ਸਲੀਮਾ ਅੰਦਰ ਦਰਵਾਜ਼ਾ ਲੰਘ ਕੇ ਅੰਦਰ ਗਈ ਤੇ ਅਗੋਂ ਉਹ ਜ਼ਾਜ਼ਾ ਗੁਲਾਮ ਕਹਿੰਦਾ, ਤੂੰ ਗੁੱਸੇ ਨਾਲ ਸਲੀਮਾ ਕਿੱਥੇ ਗਈ ਸੀ, ਦੱਸ ਮੈਨੂੰ। ਕਿਉਂਕਿ ਲੋਕਾਂ ਨੇ ਤੇ ਜਿਹੜੀ ਗੱਲ ਕੰਨ ਭਰੇ ਹੋਏ ਸਨ, ਉਹ ਗੁੱਸੇ ਵਿੱਚ ਕਹਿੰਦਾ, ਸਲੀਮਾ ਦੱਸ ਕਿੱਥੇ ਗਈ ਸੀ। ਤੇ ਅਗੋਂ ਸਲੀਮਾ ਕਹਿੰਦੀ ਆਪਣੇ ਖਾਵੰਦ ਨੂੰ, ਆਪਣੇ ਪਤੀ ਨੂੰ, ਜ਼ਾਜ਼ਾ ਗੁਲਾਮ ਨੂੰ, ਕਹਿੰਦੇ ਤੁਸੀਂ ਜਿਹੜਾ ਮਿਸਰ ਦੇ ਅੰਦਰ ਖੂਨ ਕੀਤਾ ਸੀ ਉਹਦਾ ਕੀ ਬਣਿਆ। ਉਹ ਕਹਿੰਦਾ ਤੈਨੂੰ ਕਿਵੇਂ ਪਤਾ। ਕਹਿੰਦੇ ਨੇ ਜਿਹੜਾ ਖੂਨ ਕੀਤਾ ਸੀ ਉਹਦਾ ਕੀ ਬਣਿਆ। ਤੁਸੀਂ ਘਰ ਚੋਰੀ ਆਏ ਤੇ ਚੁੱਪ ਕਰਕੇ ਘਰੋਂ ਜਿਹੜੇ ਸੋਨੇ ਦੀਆਂ ਮੋਹਰਾਂ ਲੈ ਕੇ ਘਰ ਚਲੇ ਗਏ, ਵਾਪਸ ਕਿਸੇ ਨੂੰ ਦੱਸਿਆ ਨਹੀਂ, ਮੈਨੂੰ ਮਿਲੇ ਨਹੀਂ। ਤੇ ਉਹ ਕਿੱਥੇ ਕੀਤੀਆਂ ਮੋਹਰਾਂ। ਜਦੋਂ ਇਹ ਬਚਨ ਕਹੇ ਤੇ ਉਹਦਾ ਗੁੱਸਾ ਸ਼ਾਂਤ ਹੋ ਗਿਆ। ਸ਼ਾਂਤ ਜਦੋਂ ਗੁੱਸਾ ਹੋ ਗਿਆ ਤੇ ਪੁੱਛਦਾ ਹੈ ਕਿ ਤੈਨੂੰ ਇਹ ਕਿਵੇਂ ਪਤਾ ਲੱਗਾ। ਤੇ ਉਹ ਲਿਖਾਰੀ ਲਿਖਦਾ ਹੈ, ਕਹਿੰਦੇ ਨੇ ਉਹਨੇ ਕਿਹਾ ਕਿ ਬੈਠੋ, ਪਹਿਲਾਂ ਤੁਸੀਂ ਪ੍ਰਸ਼ਾਦਾ ਪਾਣੀ ਉਹਨੂੰ ਕਿਹਾ ਛਕੋ, ਉਸ ਤੋਂ ਬਾਅਦ ਮੈਂ ਦੱਸਦੀ ਹਾਂ। ਤੇ ਉਹਨੇ ਫਿਰ ਜਿਹੜਾ ਜ਼ਾਜ਼ਾ ਗੁਲਾਮ ਨੇ, ਉਹਨੇ ਫਿਰ ਦੱਸਿਆ ਪੁੱਛਣ ਤੇ ਕਿ ਸਲੀਮਾ ਜਦੋਂ ਮੈਂ ਮਿਸਰ ਗਿਆ ਤੇ ਮਿਸਰ ਜਦੋਂ ਜਾ ਰਿਹਾ ਸੀ ਤੇ ਅੰਗੂਰਾਂ ਦੇ ਖੇਤ ਵਿੱਚ ਮੇਰੇ ਊਠ ਨੇ, ਜਦੋਂ ਅੰਗੂਰਾਂ ਦੇ ਖੇਤ ਵਿੱਚ ਚਲਾ ਗਿਆ, ਜਿਹੜਾ ਅੰਗੂਰਾਂ ਦੇ ਖੇਤ ਦਾ ਮਾਲਕ ਸੀ, ਉਹਨੇ ਆਪਣੇ ਹੱਥ ਵਿੱਚ ਵੱਟਾ ਪਕੜਿਆ, ਉਹਨੂੰ ਗੁੱਸਾ ਆਇਆ ਤੇ ਜ਼ੋਰ ਦਾ ਪੱਥਰ ਜਦੋਂ ਮਾਰਿਆ, ਪੱਥਰ ਟਿਕਾਣੇ ਤੇ ਲੱਗਾ ਤੇ ਊਠ ਦੀ ਉਸੇ ਸਮੇਂ ਹੀ ਮੌਤ ਹੋ ਗਈ। ਕਹਿੰਦੇ ਨੇ ਊਠ ਜਦੋਂ ਮਰ ਗਿਆ ਤੇ ਮੈਨੂੰ ਵੀ ਗੁੱਸਾ ਆਇਆ, ਮੈਂ ਉਹੀ ਪੱਥਰ ਚੁੱਕ ਕੇ ਉਸ ਖੇਤ ਦੇ ਮਾਲਕ ਦੇ ਨੂੰ ਜਦੋਂ ਮਾਰਿਆ, ਉਹਨੂੰ ਵੀ ਟਿਕਾਣੇ ਤੇ ਪੱਥਰ ਲੱਗਾ ਤੇ ਉਹਦੀ ਮੌਤ ਹੋ ਗਈ। ਮੈਨੂੰ ਪਕੜ ਕੇ ਕਚਹਿਰੀ ਦੇ ਅੰਦਰ ਪੇਸ਼ ਕੀਤਾ। ਜਦੋਂ ਪੇਸ਼ ਕੀਤਾ ਤੇ ਉਹ ਕਹਿੰਦੇ ਖੂਨ ਕਾ ਬਦਲਾ ਖੂਨ, ਭਾਵ ਤੂੰ ਇਹਦਾ ਕਤਲ ਕੀਤਾ ਹੈ ਤੇ ਤੈਨੂੰ ਵੀ
ਇਹਦੀ ਸਜ਼ਾ ਜਿਹੜੀ ਹੈ ਤੈਨੂੰ ਵੀ, ਤੇਰਾ ਵੀ ਕਤਲ ਕੀਤਾ ਜਾਏਗਾ, ਤੈਨੂੰ ਵੀ ਮੌਤ ਦੀ ਸਜ਼ਾ ਦਿੱਤੀ ਜਾਏਗੀ। ਕਹਿੰਦੇ ਨੇ ਵਿੱਚ ਪੈ ਕੇ ਕਿਸੇ ਨੇ, ਤੇ ਇਹ ਗੱਲ ਉਹਨਾਂ ਨੇ ਘਰ ਵਾਲੇ ਰਾਜੀ ਹੋ ਗਏ ਕਿ ਇਤਨੀ ਕੁ ਮੋਹਰਾਂ ਦਿੱਤੀਆਂ ਜਾਣ ਤੇ ਤੈਨੂੰ ਖੂਨ ਜਿਹੜਾ ਹੈ ਮਾਫ ਕਰ ਦਿੱਤਾ ਜਾਏਗਾ। ਜਦੋਂ ਇਹ ਬਚਨ ਕਹੇ ਤੇ ਉਹ ਕਹਿੰਦਾ ਮੈਂ ਜਿਹੜਾ ਹੈ ਮੇਰੇ ਕੋਲ ਇੱਥੇ ਕੁਝ ਵੀ ਨਹੀਂ ਹੈ, ਮੈਂ ਆਪਣੇ ਘਰ ਜਾਵਾਂਗਾ, ਉਤੋਂ ਸੋਨੇ ਦੀਆਂ ਮੋਹਰਾਂ ਲੈ ਕੇ ਆਵਾਂਗਾ ਤੇ ਆ ਕੇ ਮੈਂ ਤੁਹਾਨੂੰ ਇਹ ਜਿਹੜਾ ਜੁਰਮਾਨਾ ਹੈ ਇਹ ਭਰ ਦੇਵਾਂਗਾ। ਤੇ ਉਹ ਕਹਿੰਦਾ ਕੋਈ ਜਾਮਨ ਦੇ ਜਾਓ, ਇੱਥੇ ਜਾਮਨ ਤੋਂ ਭਾਵ ਕੋਈ ਗਵਾਹ ਦੇ ਜਾਓ ਜਿਹੜਾ ਤੁਹਾਡੀ ਗਵਾਹੀ ਭਰ ਦੇਵੇ ਪਿੱਛੋਂ। ਤੇ ਅੱਗੋਂ ਉਹ ਕਹਿੰਦਾ ਮੇਰਾ ਇੱਥੇ ਜਾਮਨ ਤੇ ਕੋਈ ਨਹੀਂ। ਕਹਿੰਦੇ ਨੇ ਫਿਰ ਕਿਸ ਤਰ੍ਹਾਂ? ਕਹਿੰਦੇ ਨੇ ਇੱਕ ਬਜ਼ੁਰਗ ਨੇ ਪਿੱਛੇ ਮੋਢੇ ਤੇ ਆ ਕੇ ਹੱਥ ਰੱਖਿਆ। ਕਹਿੰਦੇ ਨੇ ਜ਼ਾਜ਼ਾ ਗੁਲਾਮ ਕਹਿੰਦਾ ਹੈ ਤੂੰ ਜਾ ਤੇ ਮੈਂ ਤੇਰਾ ਇੱਥੇ ਜਾਮਨ ਹਾਂ, ਤੂੰ ਪੈਸੇ ਮੋਹਰਾਂ ਲੈ ਕੇ ਆ ਜਾ ਤੇ ਮੈਂ ਇੱਥੇ ਕਚਹਿਰੀ ਵਿੱਚ ਤੇਰੀ ਜਾਮਨੀ ਭਰਦਾ ਹਾਂ। ਕਹਿੰਦੇ ਮੈਂ ਉੱਥੋਂ ਕੁਝ ਪੁੱਛਿਆ ਨਹੀਂ, ਉੱਥੋਂ ਆਇਆ ਤੇ ਘਰੋਂ ਚੁੱਪ ਕਰਕੇ ਉਹ ਮੋਹਰਾਂ ਲੈ ਕੇ ਚਲਾ ਗਿਆ। ਜਦੋਂ ਮੈਂ ਉੱਥੇ ਗਿਆ ਤੇ ਕਚਹਿਰੀ ਦੇ ਅੰਦਰ ਜਿਹੜਾ ਮੈਨੂੰ ਟਾਈਮ ਦਿੱਤਾ ਸੀ ਉਹ ਟਾਈਮ ਖਤਮ ਹੋ ਗਿਆ ਸੀ, ਟਾਈਮ ਦੀ ਲਿਮਟ। ਤੇ ਉਹਨੂੰ ਕਿਹਾ ਜਾ ਰਿਹਾ ਸੀ ਵੀ ਇਹਨੇ ਜਿਹਦੀ ਜਾਮਨੀ ਭਰੀ ਸੀ ਉਹ ਬੰਦਾ ਇੱਥੇ ਪੇਸ਼ ਨਹੀਂ ਹੋਇਆ, ਇਹਦਾ ਕਤਲ ਕਰ ਦਿਓ ਹੁਣ। ਤੇ ਅੱਗੋਂ ਕਹਿੰਦੇ ਮੈਂ ਆਵਾਜ਼ ਮਾਰ ਕੇ ਕਿਹਾ ਵੀ ਮੈਂ ਆ ਗਿਆ ਹਾਂ ਤੇ ਤੁਹਾਡੀਆਂ ਜਿੰਨੀਆਂ ਮੋਹਰਾਂ ਦੇਣੀਆਂ ਨੇ ਮੈਂ ਦੇ ਦੇਣਾ। ਕਹਿੰਦਾ ਮੈਂ ਉੱਥੇ ਮੋਹਰਾਂ ਦਿੱਤੀਆਂ, ਉਹ ਗਿਣਨ ਵਿੱਚ ਲੱਗ ਗਏ ਤੇ ਉਹ ਜਿਹਨੇ ਚਿੱਟੇ ਕੱਪੜੇ ਪਾਏ ਸਨ, ਮੋਢੇ ਤੇ ਪਰਨਾ ਰੱਖਿਆ ਹੋਇਆ ਸੀ, ਉਹ ਬਾਹਰ ਨਿਕਲ ਆਇਆ। ਕਹਿੰਦਾ ਮੈਨੂੰ ਉੱਥੋਂ ਬਰੀ ਹੋ ਕੇ ਜਦੋਂ ਬਾਹਰ ਨਿਕਲਿਆ ਬਈ ਜਿਹੜਾ ਬੰਦਾ ਜਿਹਨੇ ਮੇਰੀ ਜਾਮਨੀ ਭਰੀ, ਜਿਹਨੇ ਮੈਨੂੰ ਮੌਤ ਤੋਂ ਬਚਾਇਆ, ਮੈਂ ਉਹਦਾ ਸ਼ੁਕਰ ਤੇ ਕਰਾਂ। ਕਿੱਥੇ ਦਾ ਰਹਿਣ ਵਾਲਾ ਹੈ, ਕੌਣ ਹੈ, ਉਹਦਾ ਨਾਮ ਕੀ ਹੈ? ਜਦੋਂ ਮੈਂ ਬਾਹਰ ਨਿਕਲਿਆ ਤੇ ਕਹਿੰਦੇ ਕੋਈ ਵੀ ਨਹੀਂ ਸੀ ਉੱਥੇ, ਉਹ ਬੰਦਾ ਨਹੀਂ ਸੀ ਉੱਥੇ। ਤੇ ਕਹਿੰਦੇ ਨੇ ਇਸ ਤਰ੍ਹਾਂ ਮੈਂ ਮੌਤ ਤੋਂ ਬਚ ਕੇ ਇੱਥੇ ਆਇਆ ਹਾਂ। ਤੇ ਅੱਗੋਂ ਸਲੀਮਾ ਕਹਿੰਦੀ ਤੂੰ ਇੱਕ ਵਾਰੀ ਮੇਰੇ ਨਾਲ ਚੱਲ, ਉਸ ਹਿੰਦ ਪੀਰ ਦੇ ਦਰਸ਼ਨ ਕਰ। ਸਲੀਮਾ ਦੇ ਕਹਿਣ ਤੇ ਉਹਦਾ ਖਾਵੰਦ ਜਿਹੜਾ ਸੀ, ਉਹਦਾ ਪਤੀ ਜੀ ਜਿਹੜਾ ਸੀ ਜ਼ਾਜ਼ਾ ਗੁਲਾਮ, ਉਹ ਚੱਲ ਕੇ ਗਿਆ। ਤਾਰਿਆਂ ਦੀ ਲੋਹ ਹੈ, ਅੰਮ੍ਰਿਤ ਵੇਲਾ ਹੈ, ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਨੇ, ਗੁਰੂ ਨਾਨਕ ਪਾਤਸ਼ਾਹ ਬਾਣੀ ਪੜ੍ਹ ਰਹੇ ਨੇ। ਉਹ ਇਹ ਵੀ ਲਿਖਦੇ ਨੇ ਕਿ ਅਰਬੀ ਦੇ ਅੰਦਰ ਕੁਝ ਗਾ ਰਹੇ ਸਨ, ਕਿਉਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤਿਲੰਗ ਰਾਗ ਪੜ੍ਹਦੇ ਹਾਂ ਉਹਦੇ ਵਿੱਚ ਬਚਨ ਆਉਂਦਾ ਯਕ ਅਰਜ ਗੁਪਤਮ ਪੇਸ਼ ਤੋ ਗੁਣ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੈ ਐਬ ਪਰਵਦਗਾਰ। ਇਹ ਅਰਬੀ ਦਾ ਬਚਨ ਹੈ, ਇਹ ਅਰਬੀ ਦਾ ਸ਼ਬਦ ਹੈ। ਸੋ ਅਰਬੀ ਦੇ ਅੰਦਰ ਕਹਿੰਦੇ ਨੇ ਉਹ ਬਾਣੀ ਪੜ੍ਹ ਰਹੇ ਸਨ, ਕੁਝ ਗਾ ਰਹੇ ਸਨ। ਜਦੋਂ ਸੂਰਜ ਦੀਆਂ ਕਿਰਨਾਂ ਜ਼ਮੀਨ ਤੇ ਪਈਆਂ ਨਾ ਤੇ ਉਸ ਵੇਲੇ ਕਹਿੰਦੇ ਨੇ ਜਦੋਂ ਉਹਦਾ ਮੁਖ ਦੇਖਿਆ ਉਸ ਜ਼ਾਜ਼ਾ ਗੁਲਾਮ ਨੇ, ਸਲੀਮਾ ਦੇ ਪਤੀ ਨੇ, ਇੱਕਦਮ ਸਲੀਮਾ ਨੂੰ ਆਵਾਜ਼ ਮਾਰ ਕੇ ਕਹਿੰਦਾ ਸਲੀਮਾ ਇਹ ਹੀ ਸੀ ਜਿਹਨੂੰ ਤੂੰ ਕਹਿੰਦੀ ਹਿੰਦ ਪੀਰ, ਇਹਨੇ ਹੀ ਮੇਰਾ ਜਿਹੜੀ ਉੱਥੇ ਕਚਹਿਰੀ ਦੇ ਅੰਦਰ ਜਾਮਨੀ ਭਰੀ ਸੀ, ਇਹ ਹੀ ਮੇਰਾ ਜਾਮਨ ਬਣਿਆ ਸੀ, ਇਹ ਹੀ ਮੈਨੂੰ ਮੌਤ ਦੇ ਮੂੰਹ ਤੋਂ ਬਚਾ ਕੇ ਲਿਆਇਆ। ਸੋ ਕਹਿਣ ਤੋਂ ਮੁਰਾਦ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਜਦੋਂ ਸਿੱਖ ਬਣਾਂਗੇ, ਗੁਰੂ ਨਾਨਕ ਦੇਵ ਜੀ ਦੀ ਸ਼ਰਧਾ ਲਿਆਵਾਂਗੇ, ਭਾਵਨਾ ਬਣਾਵਾਂਗੇ। ਗੱਲ ਇਹ ਨਹੀਂ ਕਿ ਕੇਵਲ ਅਸੀਂ ਗੁਰਪੁਰਬ ਮਨਾ ਲਏ, ਲੰਗਰ ਪ੍ਰਸ਼ਾਦ ਛਕਿਆ, ਕੀਰਤਨ ਦਰਬਾਰ ਕਰਾ ਲਏ, ਪਾਠ ਰਖਾ ਲਏ ਤੇ ਇਹਦੇ ਨਾਲ ਗੁਰੂ ਨਾਨਕ ਪਾਤਸ਼ਾਹ ਖੁਸ਼ ਹੋ ਜਾਣਗੇ। ਪਿਆਰਿਓ, ਖੁਸ਼ ਤਾਂ ਹੋਣਗੇ ਜੇ ਅਸੀਂ ਉਹਨਾਂ ਦੇ ਦਿੱਤੇ ਹੋਏ ਬਚਨਾਂ ਨੂੰ ਜੀਵਨ ਦੇ ਅੰਦਰ ਕਮਾਵਾਂਗੇ। ਉਹਨਾਂ ਦੇ ਬਚਨ ਤਿੰਨ ਮੁੱਖ ਬਚਨ ਨੇ ਸਿਧਾਂਤ ਜਿਹੜੇ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਸੋ ਅਸੀਂ ਵੀ ਉਹਨਾਂ ਨੂੰ ਕਮਾਉਣ ਦੀ ਕੋਸ਼ਿਸ਼ ਕਰੀਏ। ਗੁਰੂ ਨਾਨਕ ਦੇਵ ਜੀ ਦਾ ਪੱਲਾ ਜਿਨ੍ਹਾਂ ਨੇ ਪਕੜਿਆ, ਕੋਡੇ ਰਾਖਸ਼ ਵਰਗੇ ਪਕੜ ਕੇ ਉਹਨਾਂ ਦਾ ਉਧਾਰ ਹੋ ਗਿਆ। ਸੱਜਣ ਠੱਗ ਵਰਗੇ ਸੱਜਣ ਪ੍ਰਚਾਰਕ ਬਣ ਗਏ। ਕੋੜੀ ਦੀਪਾਲਪੁਰ ਦੇ ਅੰਦਰ ਬੈਠਾ ਹੈ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਛੂਹ ਪ੍ਰਾਪਤ ਹੋਈ, ਦੀਦਾਰ ਹੋਏ ਤੇ ਉਹਦਾ ਕੋੜ ਦਾ ਰੋਗ ਦੂਰ ਹੋ ਗਿਆ। ਇਸ ਕਰਕੇ ਆਓ ਸਤਿਗੁਰੂ ਰਹਿਮਤ ਕਰੇ, ਅਸੀਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਨੂੰ
ਜੀਵਨ ਦੇ ਅੰਦਰ ਕਮਾਈ ਕਰੀਏ, ਗੁਰੂ ਸਾਡੇ ਤੇ ਵੀ ਕਿਰਪਾ ਕਰੇ, ਸਾਡਾ ਵੀ ਇਹ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਏ। ਭੁੱਲਾਂ ਚੁੱਕਾਂ ਦੀ ਖਿਮਾ, ਇਤਨੀ ਸੇਵਾ ਪ੍ਰਵਾਨ ਕਰਨੀ। ਹੁਣ ਜਿਹੜਾ ਹੈ ਆਪਣਾ ਗੁਰਦੁਆਰਾ ਸਾਹਿਬ ਦਾ ਰਾਗੀ ਜਥਾ ਭਾਈ ਜੋਗਿੰਦਰ ਸਿੰਘ ਜੀ ਹਜ਼ੂਰੀ ਰਾਗੀ, ਉਹਨਾਂ ਨੇ 8 ਵਜੇ ਤੱਕ ਕੀਰਤਨ ਕਰਨਾ ਹੈ। 8 ਤੋਂ ਸਵਾ 9 ਵਜੇ ਤੱਕ ਭਾਈ ਅਮਰਜੀਤ ਸਿੰਘ ਜੀ ਪਟਿਆਲੇ ਵਾਲੇ ਉਚੇਚੇ ਤੌਰ ਤੇ ਆ ਰਹੇ ਨੇ। ਸੋ ਜਿੱਥੇ ਤੱਕ ਆਵਾਜ਼ ਜਾ ਰਹੀ ਹੈ ਉਹ ਜ਼ਰੂਰ ਗੁਰੂ ਦਰ ਪਹੁੰਚੋ, ਤਾਂ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੇ ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਲੈ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਨਾਲ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।